ਸਤਿ ਸ਼੍ਰੀ ਅਕਾਲ। ਮੈਂ ਮਮਤਾ ਖੁਰਾਨਾ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰਦੀ ਹਾਂ 6ਵੀਂ ਦੀ ਪੰਜਾਬੀ ਦੀ ਜਮਾਤ ਵਿੱਚ। ਅਤੇ ਅੱਜ ਅਸੀਂ ਪੜ੍ਹਾਂਗੇ ਲੈਸਨ ਨੰਬਰ 2 ਜਿਸ ਦਾ ਨਾਮ ਹੈ ਕਦਰਦਾਨ। ਇਹ ਇੱਕ ਕਹਾਣੀ ਹੈ ਔਰ ਇਹ ਲਿਖੀ ਹੈ ਇਸ ਬੁੱਕ ਦੇ ਸੰਪਾਦਕ ਨੇ ਜਿਸ ਦਾ ਨਾਮ ਹੈ ਜਸਬੀਰ ਕੌਰ। ਇਸ ਪਾਠ ਦੇ ਵਿੱਚ ਲੇਖਕ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜਪਾਟ ਬਾਰੇ ਦੱਸਿਆ ਹੈ, ਉਹਨਾਂ ਦੀ ਉਦਾਰ ਦਿਲੀ ਬਾਰੇ ਦੱਸਿਆ ਹੈ ਅਤੇ ਉਹਨਾਂ ਦੇ ਬਾਰੇ ਦੱਸਿਆ ਹੈ ਕਿ ਉਹਨਾਂ ਦੇ ਰਾਜ ਵਿੱਚ ਜਾਤ ਪਾਤ ਵਿੱਚ ਕੋਈ ਭੇਦਭਾਵ ਨਹੀਂ ਸੀ। ਉਹਨਾਂ ਨੇ ਕੁਰਾਨ ਸ਼ਰੀਫ ਲਿਖਣ ਵਾਲੇ ਬੰਦੇ ਦੀ ਝੋਲੀ ਜੋ ਹੈ ਸੋਨੇ ਦੀਆਂ ਮੋਹਰਾਂ ਨਾਲ ਭਰ ਦਿੱਤੀ ਸੀ। ਅਤੇ ਹਰੀ ਸਿੰਘ ਨਲੂਏ ਬਾਰੇ ਵੀ ਦੱਸਿਆ ਗਿਆ ਕਿ ਉਹ ਉਹਨਾਂ ਦੀ ਫੌਜਾਂ ਦਾ ਜਰਨੈਲ ਸੀ ਅਤੇ ਉਹਨਾਂ ਦੀ ਆਲੇ ਦੁਆਲੇ ਦੇ ਵਿੱਚ ਬੜੀ ਤਾਕ ਸੀ, ਮਤਲਬ ਉਹਨਾਂ ਨੂੰ ਸਾਰੇ ਮੰਨਦੇ ਸੀ। ਇਸ ਕਹਾਣੀ ਦੇ ਵਿੱਚ ਇੱਕ ਸ਼ਮਸ਼ੀਰ ਨਾਮ ਦੀ ਕੁੜੀ ਸੀ ਜੋ ਕਿ ਹਰ ਰੋਜ਼ ਸਕੂਲੋਂ ਕੁਝ ਨਾ ਕੁਝ ਜੋ ਵੀ ਸੁਣ ਕੇ ਆਉਂਦੀ ਸੀ ਆ ਕੇ ਆਪਣੀ ਦਾਦੀ ਨੂੰ ਸੁਣਾਉਂਦੀ ਸੀ। ਅਤੇ ਉਹਨਾਂ ਦੇ ਘਰ ਵਿੱਚ ਵੀ ਰੋਜ਼ ਹੀ ਰਣਜੀਤ ਸਿੰਘ ਜੀ ਦੇ ਬਾਰੇ ਕੋਈ ਨਾ ਕੋਈ ਕਹਾਣੀ ਚੱਲਦੀ ਹੀ ਸੀ ਕਿਉਂਕਿ ਉਸਦੀ ਦਾਦੀ ਉਸਨੂੰ ਸੁਣਾਉਂਦੀ ਸੀ। ਅੱਜ ਜੋ ਸ਼ਮਸ਼ੀਰ ਸੀ ਉਹ ਆਪਣੀ ਮੈਡਮ ਤੋਂ, ਪੰਜਾਬੀ ਵਾਲੀ ਮੈਡਮ ਜਿਸ ਦਾ ਨਾਮ ਹੈ ਰਾਜ ਕੌਰ, ਉਸ ਤੋਂ ਇੱਕ ਕਹਾਣੀ ਸੁਣ ਕੇ ਆਈ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਅਤੇ ਉਹ ਆ ਕੇ ਆਪਣੀ ਦਾਦੀ ਨੂੰ ਸੁਣਾਉਂਦੀ ਸੀ। ਦਾਦੀ ਉਸਨੂੰ ਦੇਖ ਕੇ ਸਮਝ ਆਉਂਦੀ ਹੈ ਕਿ ਇਹ ਅੱਜ ਜ਼ਰੂਰ ਕੁਝ ਨਾ ਕੁਝ ਸੁਣ ਕੇ ਆਈ ਹੈ ਜੋ ਮੇਰੇ ਕੋਲ ਆ ਰਹੀ ਹੈ। ਅੱਗੋਂ ਦਾਦੀ ਉਸਨੂੰ ਹੱਸ ਕੇ ਕਹਿੰਦੀ ਹੈ ਕਿ ਸੁਣਾ ਕੀ ਸੁਣਾਏਂਗੀ। ਤਾਂ ਸ਼ਮਸ਼ੀਰ ਕਹਿੰਦੀ ਹੈ ਕਿ ਮੈਂ ਅੱਜ ਇੱਕ ਕਹਾਣੀ ਸੁਣੀ ਹੈ ਜੋ ਮੈਂ ਤੁਹਾਨੂੰ ਸੁਣਾਵਾਂਗੀ। ਮੇਰੀ ਪੰਜਾਬੀ ਵਾਲੀ ਮੈਡਮ ਨੇ ਇੱਕ ਕਹਾਣੀ ਸੁਣਾਈ ਸੀ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਕਿ ਉਹ ਕਿੰਨੇ ਦਿਆਲੂ ਰਾਜਾ ਸਨ। ਤਾਂ ਉਸ ਅੱਗੋਂ ਕਹਾਣੀ ਸ਼ੁਰੂ ਕਰਦੀ ਹੈ, ਕਹਿੰਦੀ ਹੈ ਕਿ ਇੱਕ ਵਾਰੀ ਕਿਸੇ ਸ਼ਰਧਾਲੂ ਬੰਦੇ ਨੇ ਹੱਥ ਨਾਲ ਕੁਰਾਨ ਸ਼ਰੀਫ ਲਿਖਿਆ। ਇੰਨਾ ਵੱਡਾ ਗ੍ਰੰਥ ਤੁਸੀਂ ਦੇਖੋ, ਜੋ ਮੁਸਲਮਾਨਾਂ ਦਾ ਪਵਿੱਤਰ ਗ੍ਰੰਥ ਹੈ, ਜਿਸ ਤਰ੍ਹਾਂ ਸਿੱਖਾਂ ਦਾ ਹੈ ਗੁਰੂ ਗ੍ਰੰਥ ਸਾਹਿਬ, ਉਸੇ ਤਰ੍ਹਾਂ ਉਹ ਗ੍ਰੰਥ ਹੈ ਜਿਵੇਂ ਸਾਡੇ ਹਨ ਰਾਮਾਇਣ ਅਤੇ ਮਹਾਭਾਰਤ, ਉਸੇ ਤਰ੍ਹਾਂ ਮੁਸਲਮਾਨਾਂ ਦਾ ਗ੍ਰੰਥ ਹੈ ਕੁਰਾਨ ਸ਼ਰੀਫ। ਉਸਨੂੰ ਇੱਕ ਬੰਦੇ ਨੇ ਹੱਥ ਨਾਲ ਲਿਖਿਆ ਅਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ, ਮਤਲਬ ਬੜੀ ਸੀ ਸੁੰਦਰ ਲਿਖਾਈ ਦੇ ਵਿੱਚ ਲਿਖਿਆ। ਉਸਨੂੰ ਪਤਾ ਨਹੀਂ ਉਸਨੂੰ ਇਸ ਕੰਮ ਵਿੱਚ ਕਿੰਨੇ ਸਾਲ ਅਤੇ ਕਿੰਨੇ ਮਹੀਨੇ ਲੱਗ ਗਏ। ਅੱਗੋਂ ਦਾਦੀ ਉਸਨੂੰ ਕਹਿੰਦੀ ਹੈ ਸ਼ਮਸ਼ੀਰ ਨੂੰ ਕਿ ਤੈਨੂੰ ਪਤਾ ਹੈ ਕੁਰਾਨ ਸ਼ਰੀਫ ਕੀ ਹੈ। ਤਾਂ ਉਹ ਕਹਿੰਦੀ ਹੈ ਹਾਂ ਦਾਦੀ, ਮੈਡਮ ਨੇ ਸਾਰਾ ਕੁਝ ਦੱਸਿਆ ਹੈ ਕਿ ਇਹ ਮੁਸਲਮਾਨਾਂ ਦਾ ਪਵਿੱਤਰ ਗ੍ਰੰਥ ਹੈ, ਜਿਸ ਤਰ੍ਹਾਂ ਈਸਾਈਆਂ ਦਾ ਪਵਿੱਤਰ ਗ੍ਰੰਥ ਬਾਈਬਲ ਹੈ, ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਹੈ ਅਤੇ ਹਿੰਦੂਆਂ ਦਾ ਰਾਮਾਇਣ ਹੈ। ਠੀਕ ਹੈ, ਉਸੇ ਤਰ੍ਹਾਂ ਮੁਸਲਮਾਨਾਂ ਦਾ ਪਵਿੱਤਰ ਗ੍ਰੰਥ ਜੋ ਹੈ ਉਹ ਕੁਰਾਨ ਸ਼ਰੀਫ ਹੈ। ਦਾਦੀ ਉਸਨੂੰ ਸ਼ਾਬਾਸ਼ ਦਿੰਦੀ ਹੈ। ਅੱਗੋਂ ਆਪਣੀ ਕਹਾਣੀ ਜਾਰੀ ਰੱਖਦੀ ਹੈ ਸ਼ਮਸ਼ੀਰ। ਅੱਗੋਂ ਸੁਣਾਉਂਦੀ ਹੈ ਕਿ ਉਹ ਬੰਦਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚੋਂ ਲੰਘਿਆ। ਉਸਨੂੰ ਪੈਸਿਆਂ ਦੀ ਬੜੀ ਲੋੜ ਸੀ। ਉਸਨੇ ਸੋਚਿਆ ਕਿ ਸ਼ਾਇਦ ਹੀ ਕੋਈ ਬੰਦਾ ਉਸਦੇ ਕੰਮ ਦੀ ਕਦਰ ਪਾਵੇਗਾ। ਫਿਰ ਉਸਨੂੰ ਖਿਆਲ ਆਇਆ ਕਿ ਮਹਾਰਾਜਾ ਤਾਂ ਪੜ੍ਹਿਆ ਲਿਖਿਆ ਹੀ ਨਹੀਂ ਹੈ ਅਤੇ ਹੋਰ ਕਿਸੇ ਨੇ ਕੀ ਕਦਰ ਪਾਣੀ ਹੈ ਮੇਰੇ ਕੰਮ ਦੀ। ਹੌਲੀ ਹੌਲੀ ਇਹ ਗੱਲ ਮਹਾਰਾਜਾ ਰਣਜੀਤ ਸਿੰਘ ਜੀ ਤੱਕ ਪਹੁੰਚ ਜਾਂਦੀ ਹੈ ਅਤੇ ਉਹ ਉਸਨੂੰ ਆਪਣੇ ਦਰਬਾਰ ਵਿੱਚ ਬੁਲਾਉਂਦੇ ਹਨ, ਉਸ ਲਿਖਾਰੀ ਨੂੰ ਜਿਸਨੇ ਕੁਰਾਨ ਸ਼ਰੀਫ ਨੂੰ ਹੱਥਾਂ ਨਾਲ ਲਿਖਿਆ ਸੀ, ਅਤੇ ਉਸਨੂੰ ਪੁੱਛਦੇ ਹਨ ਕਿ ਤੈਨੂੰ ਇਸ ਨੇਕ ਕੰਮ ਕਰਨ ਦਾ ਕੀ ਦਿੱਤਾ ਜਾਵੇ। ਤਾਂ ਉਸਨੂੰ ਕੁਝ ਸੁਝਦਾ ਹੀ ਨਹੀਂ। ਉਸ ਬੰਦੇ ਨੂੰ ਉਹ ਕੁਝ ਵੀ ਨਹੀਂ ਮੰਗਦਾ। ਤਾਂ ਮਹਾਰਾਜਾ ਰਣਜੀਤ ਸਿੰਘ ਉਸਦਾ ਪੱਲਾ, ਉਸਦੀ ਝੋਲੀ ਜੋ ਹੈ ਸੋਨੇ ਦੀਆਂ ਮੋਹਰਾਂ ਨਾਲ ਭਰ ਦਿੰਦੇ ਹਨ। ਇਹ ਦੇਖ ਕੇ ਸਾਰੇ ਖੁਸ਼ ਵੀ ਹੁੰਦੇ ਹਨ ਅਤੇ ਹੈਰਾਨ ਵੀ। ਫਿਰ ਸਾਰਾ ਕੁਝ ਸੁਣ ਕੇ ਦਾਦੀ ਕਹਿੰਦੀ ਹੈ ਸ਼ਮਸ਼ੀਰ, ਮੈਂ ਤੈਨੂੰ ਦੱਸਾਂ ਮਹਾਰਾਜਾ ਰਣਜੀਤ ਸਿੰਘ ਜੀ ਅਨਪੜ੍ਹ ਨਹੀਂ ਸਨ। ਹਾਂ, ਅੱਖਰ ਗਿਆਨ ਉਹਨਾਂ ਨੂੰ ਨਹੀਂ ਸੀ। ਅੱਖਰ ਗਿਆਨ ਮਤਲਬ ਕਿਤਾਬੀ ਗਿਆਨ ਉਹਨਾਂ ਨੂੰ ਨਹੀਂ ਸੀ। ਜੋ ਅਸੀਂ ਕਿਤਾਬਾਂ ਵਿੱਚੋਂ ਪੜ੍ਹਦੇ ਹਾਂ ਉਹ ਉਹਨਾਂ ਨੇ ਨਹੀਂ ਪੜ੍ਹਿਆ ਸੀ, ਪਰ ਵਿਦਵਾਨਾਂ ਦੀ ਸੰਗਤ ਵਿੱਚੋਂ ਬਹਿੰਦੇ ਸੀ। ਵਿਦਵਾਨ ਮਤਲਬ ਜੋ ਮਹਾਨ ਲੋਕ ਹੁੰਦੇ ਹਨ, ਚੰਗੇ ਲੋਕ, ਉਹਨਾਂ ਦੀ ਸੰਗਤ ਵਿੱਚੋਂ ਬਹਿੰਦੇ ਸੀ, ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦੇ ਸੀ। ਔਰ ਗ੍ਰੰਥ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵੀ ਉਹ ਹਰ ਰੋਜ਼ ਸੁਣਦੇ ਸੀ। ਇਸ ਲਈ ਉਹ ਬਹੁਤ ਹੀ ਸੂਝਵਾਨ ਸਨ। ਅੱਗੋਂ ਸ਼ਮਸ਼ੀਰ ਕਹਿੰਦੀ ਹੈ ਸਾਡੀ ਮੈਡਮ ਨੇ ਦੱਸਿਆ ਹੈ ਕਿ ਉਹ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੂੰ ਬਰਾਬਰ ਸਮਝਦੇ ਸੀ। ਉਹਨਾਂ ਦੇ ਰਾਜ ਵਿੱਚ ਸਾਰੇ ਧਰਮਾਂ ਦੇ ਲੋਕ ਜੋ ਸੀ ਉਹ ਖੁਸ਼ ਰਹਿੰਦੇ ਸੀ। ਅੱਗੋਂ ਦਾਦੀ ਕਹਿੰਦੀ ਹੈ ਹਾਂ ਸ਼ਮਸ਼ੀਰ, ਤੂੰ ਠੀਕ ਕਹਿ ਰਹੀ ਹੈ ਕਿ ਉਹ ਯੋਗ ਬੰਦਿਆਂ ਦੀ ਬੜੀ ਕਦਰ ਕਰਦੇ ਸੀ। ਇੱਕ ਫਕੀਰ ਸੀ ਅਜੀਜ਼ੁਦੀਨ ਨਾਮ ਦਾ, ਜਿਸਨੂੰ ਉਹਨਾਂ ਨੇ ਮੰਤਰੀ ਰੱਖਿਆ ਹੋਇਆ ਸੀ। ਉਹ ਉਹਨਾਂ ਦਾ ਉੱਘਾ ਮੰਤਰੀ ਸੀ। ਉੱਘਾ ਮਤਲਬ ਪ੍ਰਸਿੱਧ ਮੰਤਰੀ ਸੀ। ਔਰ ਹਰੀ ਸਿੰਘ ਨਲੂਏ ਦੀ ਬਹਾਦਰੀ ਨੂੰ ਵੇਖ ਕੇ ਉਹਨਾਂ ਨੇ ਉਸਨੂੰ ਆਪਣੀ ਫੌਜਾਂ ਦਾ ਜਰਨੈਲ ਬਣਾਇਆ ਸੀ। ਉਹ ਬੜੇ ਹੀ ਪਾਰਖੂ ਸੀ। ਪਾਰਖੂ ਮਤਲਬ ਪਾਰਖੂ ਹੁੰਦੇ ਆ ਜੋ ਇੱਕ ਨਜ਼ਰ ਵਿੱਚ ਹੀ ਸਮਝ ਜਾਂਦੇ ਹਨ ਕਿ ਕੌਣ ਬੰਦਾ ਕਿਸ ਤਰ੍ਹਾਂ ਦਾ ਹੈ। ਅੱਗੋਂ ਸ਼ਮਸ਼ੀਰ ਕਹਿੰਦੀ ਹੈ ਕਿ ਮੈਡਮ ਜੀ ਨੇ ਨਲੂਏ ਸਰਦਾਰ ਦੀ ਕਹਾਣੀ ਵੀ ਸੁਣਾਈ ਸੀ। ਅੱਗੋਂ ਦਾਦੀ ਕਹਿੰਦੀ ਹੈ ਉਹ ਵੀ ਮੈਨੂੰ ਸੁਣਾਤਾ। ਉਹ ਸ਼ਮਸ਼ੀਰ ਸੁਣਾਉਂਦੀ ਹੈ ਕਿ ਮਹਾਰਾਜ ਕਈ ਤਰ੍ਹਾਂ ਦੇ ਖੇਡ ਮੁਕਾਬਲੇ ਕਰਾਉਂਦੇ ਸੀ। ਬਸੰਤ ਪੰਚਮੀ ਦੇ ਮੌਕੇ 'ਤੇ ਦੂਰੋਂ ਦੂਰੋਂ ਨੌਜਵਾਨ ਆਉਂਦੇ ਸੀ ਅਤੇ ਆਪਣੀ ਸਰੀਰਕ ਯੋਗਤਾ ਵਿਖਾਉਂਦੇ ਸੀ। ਯਾਨੀ ਕਿ
ਸਰੀਰ ਨਾਲ ਜਿਹੜੀ ਅਸੀਂ ਐਕਸਰਸਾਈਜ਼ ਕਰਕੇ ਵਿਖਾ ਸਕਦੇ ਹਾਂ, ਜਾਂ ਕੋਈ ਵੀ ਕੌਤਕ ਕਰਕੇ ਵਿਖਾ ਸਕਦੇ ਹਾਂ, ਉਹ ਵਿਖਾਉਂਦੇ ਸੀ। ਇਸ ਤਰ੍ਹਾਂ ਹੀ ਇੱਕ ਵਾਰੀ ਹਰੀ ਸਿੰਘ ਨਲੂਆ ਮਹਾਰਾਜ ਦੀ ਨਿਗਾਹ ਚੜ੍ਹ ਗਿਆ। ਤਦ ਮਹਾਰਾਜ ਨੇ ਨਲੂਏ ਨੂੰ ਆਪਣੀ ਫੌਜ ਵਿੱਚ ਭਰਤੀ ਕਰ ਲਿਆ। ਹੌਲੀ ਹੌਲੀ ਉਹ ਮਹਾਰਾਜੇ ਦੀਆਂ ਫੌਜਾਂ ਦਾ ਜਰਨੈਲ ਬਣ ਗਿਆ। ਅਤੇ ਅੰਤ ਵਿੱਚ ਜੋ ਦਾਦੀ ਹੈ ਸ਼ਮਸ਼ੀਰ ਨੂੰ ਅਸੀਸ ਦਿੰਦੀ ਹੈ, ਕਹਿੰਦੀ ਹੈ, ਜਿਉਂਦੀ ਰਹਿ ਧੀਏ, ਮੈਨੂੰ ਚੰਗਾ ਲੱਗਦਾ ਹੈ ਜਦੋਂ ਤੂੰ ਇਹਨਾਂ ਬਹਾਦਰ ਅਤੇ ਮਹਾਨ ਲੋਕਾਂ ਬਾਰੇ ਪੜ੍ਹਦੀ ਅਤੇ ਸੁਣਦੀ ਹੈ। ਚੰਗਾ, ਜਾ ਹੁਣ ਸਕੂਲ ਤੋਂ ਘਰ ਲਈ ਮਿਲਿਆ ਕੰਮ ਕਰ ਲੈ। ਦਾਦੀ ਜੀ ਇਹ ਕਹਿੰਦਿਆਂ ਸ਼ਮਸ਼ੀਰ ਦਾ ਸਿਰ ਪਲੋਸਿਆ। ਸਿਰ ਪਲੋਸਿਆ ਮਤਲਬ ਸਿਰ 'ਤੇ ਹੱਥ ਰੱਖ ਕੇ ਜਦੋਂ ਅਸੀਂ ਪਿਆਰ ਕਰਦੇ ਹਾਂ, ਇਸ ਤਰ੍ਹਾਂ ਸ਼ਮਸ਼ੀਰ ਦੀ ਦਾਦੀ ਨੇ ਉਸਨੂੰ ਪਿਆਰ ਕੀਤਾ। ਆਈ ਹੋਪ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਏਗੀ। ਮਹਾਰਾਜਾ ਰਣਜੀਤ ਸਿੰਘ ਜੀ ਦੀ ਦਿਆਲੁਤਾ ਬਾਰੇ ਇਹ ਕਹਾਣੀ ਹੈ, ਅਤੇ ਕੱਲ੍ਹ ਅਸੀਂ ਇਸ ਲੈਸਨ ਦਾ ਕਰਾਂਗੇ ਬੁੱਕ ਪਾਰਟ। ਇਸ ਕਹਾਣੀ ਨੂੰ ਖੁਦ ਵੀ ਪੜ੍ਹਨਾ ਹੈ ਲਾਈਨ ਵਾਈਜ਼, ਕਿਉਂਕਿ ਮੈਂ ਤੁਹਾਨੂੰ ਸ਼ੋਰਟ ਦੇ ਵਿੱਚ ਕਹਾਣੀ ਸੁਣਾਈ ਹੈ। ਅਤੇ ਇਸ ਕਹਾਣੀ ਨੂੰ ਜ਼ਰੂਰ ਪੜ੍ਹਨਾ ਤਾਂ ਜੋ ਤੁਹਾਡੀ ਜੋ ਰੀਡਿੰਗ ਸਕਿੱਲ ਹੈ ਉਹ ਡਿਵੈਲਪ ਹੋ ਸਕੇ। ਠੀਕ ਹੈ, ਅਤੇ ਕੱਲ੍ਹ ਅਸੀਂ ਕਰਦੇ ਹਾਂ ਇਸ ਦਾ ਬੁੱਕ ਪਾਰਟ। ਧੰਨਵਾਦ।